सत श्रीकाल जी। मैं अनमोल सिंह गुलाटी इस्तकबाल करदा कहा अपने तमाम दर्शकों का जी पंजाब हरियाणा हिमाचल ते। हरियाणा के मुख मंत्री मनोहर लाल खट्टर वालों एक ट्वीट किया गया जिस तो बाद हरियाणा ते पंजाब की सियासत दे विच एक भुचाल आया। वो भुचाल क्यों आया, उस दे विच इहो जी किहड़ी मंग सीगी, वो तमाम चीज़ां ते गलबात करन लई साडे नाल अज मौजूद ने हरियाणा विधान सभा के मानयोग स्पीकर ज्ञान चंद गुप्ता जी। गुप्ता जी, स्वागत है तुहाडा जी पंजाब हरियाणा हिमाचल। बहुत बहुत धन्यवाद, तुहाडा भी बहुत बहुत स्वागत हैगा। स्पीकर साहब, किहड़ी इहो जी मंग है सब तो पहली गल जिहदे करके हरियाणा ते पंजाब दे जिहड़ा भाईचारा है उस दे विच एक भुचाल जिहा आ गया। हरियाणा कहंदा है कि उन्हां नूं एक वक्री विधान सभा की लोड़ है। उस तो बाद पंजाब ते हरियाणा क्योंकि एक वड्डा भरा ते छोटे भरा की भूमिका हमेशा निभाते सीगे। अज इहो जी की नीड पै गई जिहदे करके ये डिमांड जिहड़ी की है उठ के सामने आई है? गुलाटी साहब, मैं ਤੁਹਾਡੇ ਕੋਲ 2 ਮਿੰਟ ਲਵਾਂਗਾ ਇਸ ਦੀ ਪ੍ਰਿਸ਼ਠਭੂਮੀ ਦੱਸਣ ਵਾਸਤੇ ਕਿ ਸਾਨੂੰ ਕਿਉਂ ਜ਼ਰੂਰਤ ਪਈ। 1966 ਦੇ ਵਿੱਚ ਚੰਡੀਗੜ੍ਹ ਦਾ ਬੰਟਵਾਰਾ ਹੋਇਆ। ਚੰਡੀਗੜ੍ਹ ਦੀ ਜੀ 60% ਹਿੱਸਾ ਪੰਜਾਬ ਨੂੰ, 40% ਹਿੱਸਾ ਹਰਿਆਣੇ ਨੂੰ। ਸਾਰੀ ਬਿਲਡਿੰਗਾਂ ਦੇ ਵਿੱਚ, ਪ੍ਰਸ਼ਾਸਨ ਦੇ ਵਿੱਚ ਜਿਹੜੇ ਇੱਥੇ ਦੇ ਕਰਮਚਾਰੀ, ਅਧਿਕਾਰੀ, ਇਸ ਤਰੀਕੇ ਨਾਲ ਇੱਥੇ ਬੰਟਵਾਰਾ ਹੋਇਆ ਸੀ। ਉਹ ਸਾਡੀ ਵਿਧਾਨ ਸਭਾ ਦਾ ਵੀ 60% और 40% हिस्सा ਜਿਹੜਾ ਸੀਗਾ ਉਹਦੇ ਹਿਸਾਬ ਨਾਲ ਬਟਵਾਰਾ ਹੋਇਆ। ਲੇਕਿਨ ਅੱਜ ਉਸ ਗੱਲ ਨੂੰ 55 ਸਾਲ ਹੋ ਗਏ। 55 ਸਾਲ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਸਾਨੂੰ 40% ਹਿੱਸਾ ਮਿਲਣਾ ਚਾਹੀਦਾ ਸੀਗਾ ਉਹ ਅੱਜ ਤੱਕ ਸਾਨੂੰ ਮਿਲਿਆ ਨਹੀਂ। ਅਸੀਂ ਬਾਰ-ਬਾਰ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਰਾਜਪਾਲ ਸਾਹਿਬ ਨੂੰ, ਪੰਜਾਬ ਦੇ ਸਪੀਕਰ ਸਾਹਿਬ ਨੂੰ ਬਾਰ-ਬਾਰ ਰਿਕੁਐਸਟ ਕੀਤੀ ਕਿ ਸਾਡੇ ਕੋਲ ਜਗ੍ਹਾ ਦੀ ਬਹੁਤ ਥੋੜ ਹੈ। ਸਾਡੇ ਕੋਲ ਇਉਂ ਕਹਿ ਲਓ ਕਿ ਜਿਹੜੀ ਬੇਸਿਕ ਨੈਸੈਸਿਟੀਜ਼ ਹੈਗੀਆਂ, ਜਿਹੜੀ ਵਿਧਾਨ ਸਭਾ ਚਲਾਉਣ ਵਾਸਤੇ ਜ਼ਰੂਰਤਾਂ ਹੈਗੀਆਂ, ਉਹਦੇ ਵਾਸਤੇ ਮਿਨੀਮਮ ਵੀ ਸਥਾਨ ਸਾਡੇ ਕੋਲ ਹੈ ਨਹੀਂ। ਤੁਸੀਂ ਦੇਖੋ ਕਿ ਅੱਜ ਸਾਡੇ ਕੋਲ ਵਿਧਾਨ ਸਭਾ ਦੇ ਵਿੱਚ ਬੈਠਣ ਵਾਸਤੇ ਕਿਸੇ ਮੰਤਰੀ ਨੂੰ ਦੇਣ ਵਾਸਤੇ ਕੋਈ ਕਮਰਾ ਸਾਡੇ ਕੋਲ ਹੈ ਨਹੀਂ। ਸਾਡੇ ਕੋਲ ਲੀਡਰ ਆਫ ਦੀ ਅਪੋਜੀਸ਼ਨ, ਉਹਨੂੰ ਵੀ ਬਿਠਾਉਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ। ਉਹਨੂੰ ਅਸੀਂ ਇੱਕ ਟੈਂਪਰੇਰੀ ਪਲਾਈ ਦਾ ਇੱਕ ਬਣਾ ਕਰਕੇ ਕਮਰਾ ਜਿਹਾ ਉਹ ਦਿੱਤਾ ਹੈਗਾ, ਜਿਹੜਾ ਮੈਂ ਸਮਝਦਾ ਕਿ ਇਹ ਬਿਲੋ ਡਿਗਨਿਟੀ ਹੈ। ਅੱਜ ਹਰਿਆਣਾ ਵਿਧਾਨ ਸਭਾ ਦੇ ਵਿੱਚ 1966 ਦੇ ਵਿੱਚ ਜਦੋਂ ਵਿਧਾਨ ਸਭਾ ਬਣੀ ਸੀਗੀ, ਉਸ ਵੇਲੇ ਜਿਹੜਾ ਮੀਡੀਆ ਸੀ, ਉਸ ਵੇਲੇ ਮੀਡੀਆ ਦੀ 15 ਜਾਂ 20 ਅਖਬਾਰਾਂ ਜਾਂ 25 ਅਖਬਾਰਾਂ ਸਾਰੀਆਂ ਛਪਦੀਆਂ ਸੀ। ਅੱਜ ਉਸ ਗੱਲ ਨੂੰ 55 ਸਾਲ ਬਾਅਦ ਪ੍ਰਿੰਟ ਮੀਡੀਆ ਵੀ ਬਹੁਤ ਵੱਡਾ ਹੋ ਗਿਆ। ਸੈਂਕੜਾਂ ਦੀ ਤਾਦਾਦ ਦੇ ਵਿੱਚ ਅਖਬਾਰ ਛਪਣ ਲੱਗ ਗਏ। ਉਸ ਤੋਂ ਬਾਅਦ ਇਲੈਕਟ੍ਰੋਨਿਕ ਮੀਡੀਆ ਆ ਗਿਆ, ਹੁਣ ਸੋਸ਼ਲ ਮੀਡੀਆ ਆ ਗਿਆ। ਮੀਡੀਆ ਦੇ ਬਿਠਾਉਣ ਵਾਸਤੇ ਸਾਡੇ ਕੋਲ ਕੇਵਲ ਸਾਡੀ ਪ੍ਰੈਸ ਗੈਲਰੀ ਜਿਹੜੀ ਹੈਗੀ ਹੈ ਉਹਦੇ 'ਚ 32 ਸੀਟਾਂ ਨੇ, ਔਰ ਜਿਹਦੇ ਵਿੱਚ 5-6 ਸੀਟਾਂ ਸਾਡੇ DPR ਵਗੈਰਾ ਵਗੈਰਾ ਲੈ ਲੈਂਦੇ, 25-26 ਟੋਟਲ। ਔਰ ਸਾਡੇ ਕੋਲ ਉਹਨਾਂ ਦੀ ਜਿਹੜੀ ਆਪਣੇ ਕੋਰਸਪੋਂਡੈਂਟਸ ਹੈਗੇ ਜਾਂ ਮੀਡੀਆ ਦੇ ਸਾਡੇ ਮਿੱਤਰ ਹੈਗੇ, 155 ਦੀ ਲਿਸਟ ਹੈਗੀ ਹੈ। ਸਾਨੂੰ ਮੀਡੀਆ ਨੂੰ ਬਿਠਾਉਣ ਵਾਸਤੇ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ। ਅੱਜ ਮੈਂ ਸਮਝਦਾ ਕਿ ਸਾਡੇ ਕੋਲ ਜਦੋਂ 1966 ਦੇ ਵਿੱਚ ਵਿਧਾਨ ਸਭਾ ਬਣੀ ਸੀ, ਉਸ ਵੇਲੇ 54 MLA ਸੀ, ਫਿਰ ਵੱਧ ਕੇ 75 ਹੋ ਗਏ, ਫਿਰ ਵੱਧ ਕੇ 90 ਹੋ ਗਏ। ਅੱਜ ਸਾਡੇ ਕੋਲ 90 ਵਿਧਾਨ ਸਭਾ ਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਬਿਠਾਉਣ ਵਾਸਤੇ ਵੀ ਪ੍ਰੋਪਰ ਜਗ੍ਹਾ ਨਹੀਂ ਹੈਗੀ। ਔਰ ਜੇ ਸਾਨੂੰ 2 ਵੀ ਫਾਲਤੂ ਬਿਠਾਣੇ ਪੈ ਗਏ ਤਾਂ ਸਾਡੇ ਕੋਲ ਜਗ੍ਹਾ ਨਹੀਂ ਹੈ। 2026 ਦੇ ਵਿੱਚ ਡੀਲਿਮਿਟੇਸ਼ਨ ਹੋਣ ਜਾ ਰਹੀ ਹੈ। ਉਸ ਡੀਲਿਮਿਟੇਸ਼ਨ ਦੇ ਵਿੱਚ ਜਿਹੜਾ ਗੱਲਾਂ ਸੁਣਨ ਨੂੰ ਮਿਲ ਰਹੀਆਂ ਜਾਂ ਜੋ ਆંકੜੇ ਆ ਰਹੇ ਨੇ, ਉਹਦੇ 'ਚ ਘੱਟ ਤੋਂ ਘੱਟ 25 ਸੀਟਾਂ ਤੇ ਹੋਰ ਅਗਰ ਸੋਚੀਏ ਤਾਂ 35 ਸੀਟਾਂ ਤੱਕ ਹਰਿਆਣੇ 'ਚ ਵੱਧ ਸਕਦੀਆਂ। 25 ਸੀਟਾਂ ਵੀ ਵੱਧਦੀਆਂ ਤਾਂ ਸਾਨੂੰ 115 ਸੀਟਾਂ ਦਾ ਬੈਠਣ ਦਾ ਇੰਤਜ਼ਾਮ ਕਰਨਾ ਪਏਗਾ। ਅੱਜ ਤਾਂ ਸਾਡੇ ਕੋਲ 2 ਸੀਟਾਂ ਵੀ ਨਹੀਂ ਅੱਗੇ ਵਧਾ ਸਕਦੇ। ਅਸੀਂ ਅੱਜ 2026 ਦਾ ਆਂਕੜਾ ਜਿਹੜਾ ਹੈਗਾ ਸਾਨੂੰ ਹੁਣੇ ਹੀ ਸੋਚਣਾ ਪਏਗਾ ਤੇ ਉਹਦੇ ਵਾਸਤੇ ਅਸੀਂ ਕੀ ਕਰਨਾ ਹੈਗਾ। ਇਹ ਸਾਰੀ ਗੱਲਾਂ ਨੂੰ ਲੈ ਕੇ ਅਸੀਂ
ਚੰਡੀਗੜ੍ਹ ਪ੍ਰਸ਼ਾਸਨ ਨੂੰ, ਆਦਰਨੀ ਮੁੱਖ ਮੰਤਰੀ ਜੀ ਵੱਲੋਂ ਵੀ, ਮੇਰੇ ਵੱਲੋਂ ਵੀ ਔਰ ਕੇਂਦਰ ਸਰਕਾਰ ਨੂੰ ਵੀ, ਆਦਰਨੀ ਅਮਿਤ ਸ਼ਾਹ ਜੀ ਨੂੰ, ਹੋਮ ਮਿਨਿਸਟਰੀ ਨੂੰ ਅਸੀਂ ਲਿਖ ਕਰਕੇ ਬੇਨਤੀ ਕੀਤੀ ਕਿ ਸਾਡੀ ਇਹਨਾਂ ਗੱਲਾਂ ਤੇ ਵਿਚਾਰ ਕਰਦੇ ਹੋਏ, ਸਾਡੀ ਇਹਨਾਂ ਔਕੜਾਂ ਤੇ ਵਿਚਾਰ ਕਰਦੇ ਹੋਏ ਸਾਨੂੰ ਚੰਡੀਗੜ੍ਹ ਦੇ ਵਿੱਚ ਹੀ ਕੋਈ ਜਗ੍ਹਾ ਦਿੱਤੀ ਜਾਵੇ ਤਾਂ ਕਿ ਉਸ ਦੇ ਉੱਤੇ ਅਸੀਂ ਹਰਿਆਣਾ ਵਿਧਾਨ ਸਭਾ ਦਾ ਇੱਕ ਅੱਛਾ ਭਵਨ, ਜਿਹਦੇ ਵਿੱਚ ਵਿਧਾਨ ਸਭਾ ਦੀ ਗਰਿਮਾ, ਵਿਧਾਨ ਸਭਾ ਦਾ ਗੌਰਵ ਔਰ ਵਿਧਾਨ ਸਭਾ ਦੀ ਮਰਿਆਦਾ ਬਣੀ ਰਹੇ, ਇਹੋ ਇਸ ਕਰਕੇ ਸਾਨੂੰ ਇੰਨੀ ਕੁ ਜ਼ਮੀਨ ਦਿੱਤੀ ਜਾਏ। ਔਰ ਅਸੀਂ ਉਹਨਾਂ ਕੋਲੋਂ ਮੁਫਤ ਨਹੀਂ ਜ਼ਮੀਨ ਮੰਗ ਰਹੇ। ਅਸੀਂ ਇਹ ਥੋੜ੍ਹੀ ਕਿਹਾ ਵੀ ਸਾਨੂੰ ਮੁਫਤ ਜ਼ਮੀਨ ਦਿਓ। ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਕੋਲੋਂ ਜ਼ਮੀਨ ਦੇ ਬਦਲੇ ਜ਼ਮੀਨ ਲੈ ਲਓ, ਚੰਡੀਗੜ੍ਹ ਦੇ ਨਾਲ ਜੁੜਦੀ ਜ਼ਮੀਨ ਲੈ ਲਓ। ਅਸੀਂ ਪੈਸੇ ਵੀ ਦੇਣ ਵਾਸਤੇ ਆਫਰ ਕੀਤੀ, ਅਸੀਂ ਲੀਜ਼ 'ਤੇ ਲੈਣ ਵਾਸਤੇ ਵੀ ਤਿਆਰ ਕੀਤੀ ਅਤੇ ਅੱਜ ਇਹ ਸਾਰੇ ਤਿੰਨੋਂ ਆਪਸ਼ਨਾਂ ਉਹਨਾਂ ਨੂੰ ਦਿੱਤੀਆਂ। ਔਰ ਅਸੀਂ ਕਿਹਾ ਵੀ ਸਾਡੀ ਜ਼ਰੂਰਤ ਨੂੰ ਦੇਖਦੇ ਹੋ, ਸਾਨੂੰ ਜ਼ਮੀਨ ਮਿਲਣੀ ਚਾਹੀਦੀ ਹੈ। ਔਰ ਮੈਂ ਸਮਝਦਾ ਕਿ ਇਸ ਦੇ ਵਿੱਚ ਭਗਵੰਤ ਸਿੰਘ ਮਾਨ ਹੋਰਾਂ ਦਾ, ਮੁੱਖ ਮੰਤਰੀ ਪੰਜਾਬ, ਉਹਨਾਂ ਦਾ ਵੀ ਇੱਕ ਬਿਆਨ ਆਇਆ ਕਿ ਅਸੀਂ ਵੀ ਪੰਜਾਬ ਵਾਸਤੇ ਅਲੱਗ ਵਿਧਾਨ ਸਭਾ ਬਣਾਵਾਂਗੇ। ਸਾਨੂੰ ਕੋਈ ਦਿੱਕਤ ਨਹੀਂ ਹੈ। ਉਹ ਅੱਜ ਅਗਰ ਅਲੱਗ ਵਿਧਾਨ ਸਭਾ ਉਹ ਬਣਾਉਣਾ ਚਾਹੁੰਦੇ ਹੈ ਤਾਂ ਵੈਲਕਮ ਹੈ ਕਿ ਜਿਸ ਟਰਮਸ ਐਂਡ ਕੰਡੀਸ਼ਨ 'ਤੇ ਸਾਨੂੰ ਜ਼ਮੀਨ ਮਿਲ ਰਹੀ ਹੈ, ਉਹਨਾਂ ਟਰਮ ਐਂਡ ਕੰਡੀਸ਼ਨ 'ਤੇ ਉਹਨਾਂ ਨੂੰ ਵੀ ਮਿਲ ਜਾਵੇ, ਉਨੀ ਜ਼ਮੀਨ ਮਿਲ ਜਾਏ ਤਾਂ ਉਹਦੇ 'ਚ ਦਿੱਕਤ ਕੀ ਹੈ। ਅੱਜ ਮੈਂ ਸਮਝਦਾ ਕਿ 60% ਪੰਜਾਬ ਦਾ, 40% ਹਰਿਆਣੇ ਦਾ ਹੈਗਾ। ਔਰ ਇਸ ਕਰਕੇ ਹਰਿਆਣੇ ਦੀ ਵਿਧਾਨ ਸਭਾ ਵਾਸਤੇ ਅਸੀਂ ਜ਼ਮੀਨ ਮੰਗੀ ਹੈ। ਔਰ ਇੱਕ ਗੱਲ ਹੋਰ ਹੈ, ਅੱਜ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਦਫ਼ਤਰ ਵੀ ਹੈਗੇ, ਕਾਂਗਰਸ ਦਾ ਵੀ ਹੈਗਾ, ਬੀਜੇਪੀ ਦਾ ਵੀ ਹੈਗਾ, ਸ਼੍ਰੋਮਣੀ ਅਕਾਲੀ ਦਲ ਦਾ ਵੀ ਹੈਗਾ। ਅੱਜ ਚੰਡੀਗੜ੍ਹ ਦੇ ਵਿੱਚ ਹਰਿਆਣਾ ਭਵਨ ਵੀ ਹੈਗਾ, ਪੰਜਾਬ ਭਵਨ ਵੀ ਹੈਗਾ, ਹਿਮਾਚਲ ਭਵਨ ਵੀ ਹੈਗਾ। ਇਹ ਸਾਰੇ ਚੰਡੀਗੜ੍ਹ ਦਾ ਪਾਰਟ ਹੈਗੇ ਆ। ਅਤੇ ਅਗਰ ਅਸੀਂ ਚੰਡੀਗੜ੍ਹ ਦੇ ਵਿੱਚ ਜ਼ਮੀਨ ਮੰਗੀ ਹੈ ਤਾਂ ਮੈਂ ਸਮਝਦਾ ਅਸੀਂ ਕੋਈ ਗੁਨਾਹ ਨਹੀਂ ਕੀਤਾ। ਅਸੀਂ ਤਾਂ ਆਪਣੀ ਮੁਸ਼ਕਿਲ ਨੂੰ ਦੇਖਦੇ ਹੋਏ, ਡਿਫੀਕਲਟੀ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ। ਸਪੀਕਰ ਸਾਹਿਬ, ਇੱਕ ਚੀਜ਼ ਅਸੀਂ ਸ਼ੁਰੂ ਤੋਂ ਵੇਖਦੇ ਆਏ ਹਾਂ, ਹਰਿਆਣਾ ਤੇ ਪੰਜਾਬ ਵੱਡਾ ਭਰਾ ਤੇ ਛੋਟੇ ਭਰਾ ਦੀ ਭੂਮਿਕਾ ਨਿਭਾਉਂਦਾ ਰਿਹਾ। ਹਰਿਆਣਾ ਤੇ ਪੰਜਾਬ ਦੇ ਵਿੱਚ ਜਿਹੜੀ ਇੱਕ ਭਾਈਚਾਰਕ ਸਾਂਝ ਹੈ, ਉਹਦਾ ਐਗਜ਼ਾਮਪਲ ਵੀ ਸਾਹਮਣੇ ਹੈ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਜਿਹੜੇ ਕਿ ਬਹੁਤ ਸੋਹਣੀ ਪੰਜਾਬੀ ਵੀ ਬੋਲਦੇ ਨੇ। ਤੇ ਇਸ ਭਾਈਚਾਰਕ ਸਾਂਝ ਦੇ ਵਿੱਚ ਦੇਖਿਆ ਜਾਏ ਤਾਂ ਪਰਿਵਾਰਕ ਮਸਲਾ, ਪਰਿਵਾਰਕ ਮਸਲੇ ਦੇ ਵਿੱਚ ਕੇਂਦਰ ਸਰਕਾਰ ਤੱਕ ਪਹੁੰਚ ਕਿਉਂ ਕੀਤੀ ਜਾਂਦੀ ਹੈ? ਨਹੀਂ, ਕਿਉਂਕਿ ਇਹ ਚੰਡੀਗੜ੍ਹ ਜਿਹੜਾ ਹੈਗਾ, ਜਿੱਥੇ ਅਸੀਂ ਜ਼ਮੀਨ ਮੰਗ ਰਹੇ ਹਾਂ, ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਹ ਕੋਈ ਨਾ ਇਹਨੂੰ ਪੰਜਾਬ ਦੇਖਦਾ, ਨਾ ਹਰਿਆਣਾ ਦੇਖਦਾ। ਅਗਰ ਪੰਜਾਬ ਹਰਿਆਣਾ ਦੇ ਵਿੱਚ ਡਿਵਾਈਡਡ ਹੁੰਦਾ ਫਿਰ ਅਸੀਂ ਆਪਣੇ 40% ਵਾਲੇ ਹਿੱਸੇ 'ਚ ਹਰਿਆਣੇ 'ਚ ਉਸ 'ਚ ਬਣਾ ਲੈਂਦੇ। ਨਹੀਂ, ਕਲੇਮ ਤਾਂ ਦੋਵੇਂ ਕਰਦੇ ਨਾ ਕਿ ਹਰਿਆਣਾ ਵੀ ਕਹਿੰਦਾ ਸਾਡਾ, ਚੰਡੀਗੜ੍ਹ ਪੰਜਾਬ ਵੀ ਕਹਿੰਦਾ। ਅੱਜ ਜਿਹੜਾ ਚੰਡੀਗੜ੍ਹ ਦੇ ਉੱਤੇ ਉਹਦੀ ਦੇਖ ਰੇਖ, ਉਹਦਾ ਖਰਚਾ, ਉਹਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਉਹ ਕੇਂਦਰ ਕਰ ਰਿਹਾ ਹੈਗਾ। ਇਸ ਕਰਕੇ ਸਾਨੂੰ ਕੇਂਦਰ ਨੂੰ ਅਪਰੋਚ ਕਰਨਾ ਪਿਆ। ਹੁਣ ਜੇਕਰ ਗੱਲ ਕੀਤੀ ਜਾਵੇ, ਜਿਵੇਂ ਕਲੇਮ ਦੀ ਗੱਲ ਕਰਦੇ ਆ, ਪੰਜਾਬ ਵੀ ਕਹਿੰਦਾ ਚੰਡੀਗੜ੍ਹ ਸਾਡਾ ਹੈ, ਹਰਿਆਣਾ ਵੀ ਕਹਿੰਦਾ ਚੰਡੀਗੜ੍ਹ ਸਾਡਾ ਹੈ। ਜੇਕਰ ਆਪਣਾ ਹੀ ਹੈ ਚੰਡੀਗੜ੍ਹ, ਤਾਂ ਫਿਰ ਕਿਉਂ ਨਹੀਂ ਆਪਣੇ ਆਪ ਕੋਈ ਜਗ੍ਹਾ ਇਹੋ ਜਿਹੀ ਲੱਭ ਕੇ ਉਹਦੇ ਵਿੱਚ ਬਣਾਈ ਜਾਂਦੀ, ਤੇ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਜਾ ਰਹੀ? ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਸਪੀਕਰ ਰਾਣਾ KP ਸਿੰਘ ਜੀ ਨੂੰ ਮਿਲਿਆ ਸੀਗਾ, ਸਾਬਕਾ ਸਪੀਕਰ ਜਿਹੜੇ ਸੀਗੇ, ਉਹਨਾਂ ਨੂੰ ਮਿਲਿਆ ਸੀਗਾ। ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜਾ ਸਾਡਾ ਬਕਾਇਆ ਬਚਦਾ, ਅੱਜ ਤੱਕ ਸਾਨੂੰ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ 40% ਹਿੱਸਾ ਮਿਲਣਾ ਚਾਹੀਦਾ ਸੀ, ਸਿਰਫ 27% ਹਿੱਸਾ ਮਿਲਿਆ। 13% ਹਾਲੇ ਵੀ ਪੰਜਾਬ ਦੇ ਕਬਜ਼ੇ ਦੇ ਵਿੱਚ ਹੈ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਆਹ ਜਿਹੜੀ ਪ੍ਰੋਸੀਡਿੰਗ ਪਈ ਹੈ 1966 ਦੀ, ਜਿਹਦੇ 'ਚ ਬਟਵਾਰਾ ਹੋਇਆ ਸੀ, ਆਹ ਕਮਰਿਆਂ ਦੇ ਨੰਬਰ ਹੈਗੇ ਆ, ਆਹ ਕਮਰੇ ਜਿਹੜੇ ਆ ਹਰਿਆਣੇ ਦੇ ਹਿੱਸੇ ਦੇ ਆ, ਜਿਹੜਾ ਦੇ ਨੰਬਰ ਲੱਗੇ ਹੋਏ ਆ ਉਹ ਤਾਂ ਦੇ ਦਿਓ ਸਾਨੂੰ। ਉਹ ਹੁਣ ਪੰਜਾਬ ਤਾਂ ਧੱਕਾਸ਼ਾਹੀ ਕਰਦਾ, ਬੜਾ ਭਰਾ ਹੋ ਕੇ ਛੋਟੇ ਭਰਾ ਦਾ ਖਿਆਲ ਰੱਖਣਾ ਚਾਹੀਦਾ ਨਾ, ਉਹਨਾਂ ਨੂੰ ਛੋਟੇ ਭਰਾ ਦੇ ਵੱਲ ਵੀ ਦੇਖਣਾ ਚਾਹੀਦਾ। ਹੁਣ ਵੱਡਾ ਭਰਾ ਜਿਹੜਾ ਆ ਕੇ ਜੇ ਦਬਾਈ ਜਾਊਗਾ ਤਾਂ ਫਿਰ ਕਿੱਥੇ ਤੱਕ ਚੱਲੇ ਜੀ। ਸਪੀਕਰ ਸਾਹਿਬ, ਹਰਿਆਣਾ ਨੇ ਇੱਕ ਆਪਣੀ ਡਿਮਾਂਡ ਰੱਖੀ ਕੇਂਦਰ ਦੇ ਸਾਹਮਣੇ, ਪੰਜਾਬ ਵੀ ਆਪਣੀ ਵੱਖ-ਵੱਖ ਡਿਮਾਂਡਸ ਕੇਂਦਰ ਦੇ ਸਾਹਮਣੇ ਰੱਖਦਾ ਹੈ। ਬਾਦਲਾਂ ਦੀ ਜਦੋਂ ਸਰਕਾਰ ਸੀਗੀ ਉਦੋਂ ਵੀ, ਜਦੋਂ ਕੈਪਟਨ ਸਰਕਾਰ ਰਹੀ ਉਦੋਂ ਵੀ। ਤਾਂ ਹਰਿਆਣੇ ਦੀ ਡਿਮਾਂਡ ਇੰਨੀ ਛੇਤੀ ਕਿਉਂ ਸੁਣੀ ਜਾਂਦੀ ਹੈ, ਪੰਜਾਬ ਦੀ ਡਿਮਾਂਡ ਕਿਉਂ ਨਹੀਂ ਸੁਣੀ? ਨਹੀਂ, ਦੇਖੋ ਗੱਲ ਇਹ ਹੈ, ਡਿਮਾਂਡ ਕਰਨਾ ਇੱਕ ਅਲੱਗ ਗੱਲ ਹੈ, ਡਿਮਾਂਡ ਕਿੰਨੀ ਕੁ ਜਾਇਜ਼ ਹੈਗੀ ਹੈ, ਡਿਮਾਂਡ ਕਰਨ ਦਾ ਕਾਰਨ ਕੀ ਹੈ, ਉਹਦੀ ਵਾਸਤਵਿਕਤਾ ਕੀ ਹੈ ਕਿ ਕਿਆ ਡਿਮਾਂਡ ਜਾਇਜ਼ ਹੈ ਵੀ ਕਿ ਨਹੀਂ, ਉਸ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ
ਕੋਈ ਡਿਸੀਜਨ ਹੁੰਦਾ ਹੈ। ਅੱਜ ਅਗਰ ਹਰਿਆਣਾ ਸਰਕਾਰ ਨੇ ਆਪਣਾ ਪੱਖ ਰੱਖਿਆ, ਅਸੀਂ ਉਹਨਾਂ ਨੂੰ ਦੱਸਿਆ ਕਿ 2026 ਦੇ ਵਿੱਚ 115 ਵਿਧਾਇਕ ਹੋ ਜਾਣੇ ਆ। ਸਾਡੇ ਕੋਲ ਤਾਂ ਹੁਣੇ ਇੱਕ ਵੀ 2 ਵਿਧਾਨ ਵਾਸਤੇ ਜਗ੍ਹਾ ਨਹੀਂ ਹੈਗੀ ਹੈ। ਅੱਜ ਜੋ ਸਾਡੀ ਵਿਧਾਨ ਸਭਾ ਦੀ ਸਥਿਤੀ ਹੈ, ਤੁਸੀਂ ਕਿਸੇ ਵੀ ਮੰਤਰੀ ਦੇ ਬੈਠਣ ਵਾਸਤੇ ਕੋਈ ਉੱਥੇ ਕਮਰਾ ਨਹੀਂ ਹੈ। ਅੱਜ ਮੈਂ ਦੇਖਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਰੇ ਦੇ ਸਾਰੇ ਮੰਤਰੀਆਂ ਨੂੰ ਕਮਰੇ ਅਲਾਟ ਹੋਏ ਆ। ਈਵਨ ਜੋ ਸਾਡੀ ਉਹਨਾਂ ਦੀ ਕਮੇਟੀਆਂ ਦੇ ਚੇਅਰਮੈਨ ਹੈਗੇ ਆ, ਉਹਨਾਂ ਨੂੰ ਵੀ ਕਮਰੇ ਅਲਾਟ ਹੋਏ ਆ। ਸਾਡੇ ਚੇਅਰਮੈਨਾਂ ਨੂੰ ਤਾਂ ਬੜੀ ਦੂਰ ਦੀ ਗੱਲ ਹੈ, ਜਿਹੜੇ ਮੰਤਰੀ ਹੈਗੇ ਆ ਉਹਨਾਂ ਕੋਲ ਵੀ ਕੋਈ ਉੱਥੇ ਬੈਠਣ ਵਾਸਤੇ ਜਗ੍ਹਾ ਨਹੀਂ ਹੈ। ਸਾਡੀ ਜਿਹੜੀ ਮਜਬੂਰੀ ਹੈ, ਮੈਂ ਸਮਝਦਾ ਕਿ ਇੱਕ ਅਸੀਂ ਲੋਕਤੰਤਰ ਦੇ ਵਿੱਚ ਵਿਧਾਨ ਸਭਾ ਇੱਕ ਮੰਦਰ ਹੁੰਦਾ ਜਿੱਥੇ ਜਾ ਕੇ ਅਸੀਂ ਆਪਣੀ ਉਹਦੀ ਲੋਕਤੰਤਰ ਦੀ ਪੂਜਾ ਕਰਨੀ ਹੁੰਦੀ ਹੈ, ਲੋਕਤੰਤਰ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਉਸ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਇੱਕ ਅੱਛੀ ਵਿਧਾਨ ਸਭਾ ਹੋਣਾ ਬਹੁਤ ਜ਼ਰੂਰੀ ਹੈ, ਔਰ ਇਸ ਵਾਸਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ। ਤੁਸੀਂ ਕਹਿ ਰਹੇ ਹੋ ਕਿ ਇੱਕ ਵਿਧਾਨ ਸਭਾ ਉਹ ਜਗ੍ਹਾ ਹੁੰਦੀ ਹੈ ਜਿਸ ਜਗ੍ਹਾ ਨੂੰ ਪੂਜਿਆ ਜਾਂਦਾ ਹੈ ਨਾ, ਜਿੱਥੇ ਪੂਰੇ ਸੂਬੇ ਦੇ ਲਈ ਗੱਲਬਾਤ ਕੀਤੀ ਤੁਸੀਂ ਜਾਂਦੀ ਹੈ। ਦੇਖਿਆ ਹੈ ਕਿ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਲੋਕ ਸਭਾ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਝੁੱਕ ਕੇ ਉੱਥੇ ਜਿਵੇਂ ਮੰਦਿਰ 'ਚ ਮੱਥਾ ਟੇਕ ਕੇ ਜਾਇਆ ਕਰਦੇ ਆ, ਉਹ ਮੰਦਿਰ ਦੇ ਵਿੱਚ ਉਸ ਲੋਕਤੰਤਰ ਦੇ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਤਾਂ ਅੱਗੇ ਵਧੇ ਸੀਗੇ। ਤੇ ਲੋਕਤੰਤਰ ਦੀ ਪ੍ਰਤੀ ਆਸਥਾ ਹੈ ਸਾਡੀ। ਲੋਕਤੰਤਰ ਦੇ ਆਸਥਾ ਦੇ ਵਿੱਚ ਵੰਡ ਨਹੀਂ ਪੈ ਰਹੀ ਤੁਹਾਨੂੰ ਲੱਗਦਾ? ਨਹੀਂ, ਵੰਡ ਐਵੇਂ ਜਾਣਬੁੱਝ ਕੇ ਪਾਈ ਜਾ ਰਹੀ ਹੈ ਬਿਨਾਂ ਕਿਸੇ ਕੰਮ ਤੋਂ। ਅਸੀਂ ਕਿਹਾ ਤੁਸੀਂ ਲੈਣੀ ਤੁਸੀਂ ਵੀ ਲੈ ਲਓ, ਉਹਦੀ ਕੀ ਗੱਲ ਹੈ? ਪੰਜਾਬ ਦੀ ਜਿਹੜੀ तमाम ਵਿਰੋਧੀ ਧਿਰ ਹੈ ਉਹ ਇਸ ਦੀ ਮੁਖਾਲਫਤ ਕਿਉਂ ਕਰਦੇ ਨਜ਼ਰ ਆ ਰਹੇ? ਇਹ ਅੱਜ ਮੈਂ ਸਮਝਦਾ ਕਿ ਜਿਹੜੇ ਵਿਰੋਧੀ ਧਿਰ ਹੈ, ਹੁਣ ਮਾਨ ਸਾਹਿਬ ਤਾਂ ਕਹਿ ਰਹੇ ਆ ਕਿ ਅਸੀਂ ਅਲੱਗ ਵਿਧਾਨ ਸਭਾ ਬਣਾਵਾਂਗੇ, ਬਣਾ ਲਓ। ਜਿਹੜੇ ਵਿਰੋਧੀ ਧਿਰ ਹੈ ਉਹਨਾਂ ਨੇ ਹੁਣ ਇਹ ਇਲੈਕਸ਼ਨਾਂ ਦੇ ਵਿੱਚ ਆਪਣਾ ਹਾਲ ਦੇਖ ਲਿਆ। ਹੁਣ ਅੱਜ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ। ਇਸ ਤਰੀਕੇ ਦੇ ਬੇਵਜ੍ਹਾ ਮੁੱਦੇ ਬਣਾਉਣ ਦੇ ਨਾਲ ਕੋਈ ਉਹਨਾਂ ਦੀ ਤਾਕਤ ਵਧਣ ਵਾਲੀ ਨਹੀਂ ਹੈ। ਅੱਜ ਜੋ ਹਾਲ ਕਾਂਗਰਸ ਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਹੈ, ਉਹ ਸਾਰਿਆਂ ਦੇ ਸਾਹਮਣੇ ਨਹੀਂ। ਲੇਕਿਨ ਤੁਸੀਂ ਇਨ ਚੀਜ਼ਾਂ ਦੇ ਲਈ, ਕਿਉਂਕਿ ਦੇਖੋ ਪੂਰੀ ਵਿਧਾਨ ਸਭਾ ਦੀ ਵੀ ਰਜ਼ਾਮੰਦੀ ਜ਼ਰੂਰੀ ਹੈ, ਤੇ ਵਿਰੋਧੀ ਧਿਰ ਨੂੰ ਕਿਵੇਂ ਤੁਸੀਂ ਰਾਜ਼ੀ ਕਰੋਗੇ, ਕਿਵੇਂ ਸਮਝਾਓਗੇ? ਨਹੀਂ, ਵਿਰੋਧੀ ਧਿਰ ਰਾਜੀ ਹੈ। ਵਿਰੋਧੀ ਧਿਰ ਤਾਂ ਬਿਲਕੁਲ ਤਿਆਰ ਹੈਗਾ। ਔਰ ਸਾਡੀ ਜਿਹੜੀ ਕਮੇਟੀ ਬਣਾਈ ਹੈ ਅਸੀਂ, ਨਹੀਂ, ਪੰਜਾਬ ਦੀ ਵਿਰੋਧੀ ਧਿਰ ਦੀ ਗੱਲ। ਪੰਜਾਬ ਦੇ ਵਿਰੋਧੀ ਧਿਰ 'ਚ ਉਹ ਆਪਣੇ ਆਪ ਸਰਕਾਰ ਰਾਜੀ ਕਰੇਗੀ। ਅਸੀਂ ਉਹਨਾਂ ਤੋਂ ਦੇਖੋ, ਗੱਲ ਇਹ ਹੈ ਅਸੀਂ ਤਾਂ ਰਿਕੁਐਸਟ ਕਰ ਸਕਦੇ ਹਾਂ। ਔਰ ਫਿਰ ਜੇ ਗੱਲ ਇਹ ਹੈ ਵੀ ਅਸੀਂ ਇੱਕ ਡਿਮਾਂਡ ਸਾਡੀ ਜਿਹੜੀ ਜਾਇਜ਼ ਹੈਗੀ ਹੈ, ਜਿਹੜੀ ਡਿਮਾਂਡ ਸਾਡੀ ਮੁਸ਼ਕਲਾਂ ਹੈਗੀਆਂ ਉਹਨਾਂ ਨੂੰ ਦੇਖ ਕੇ ਅਸੀਂ ਕੀਤੀ ਹੈ। ਮੈਂ ਸਮਝਦਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਵਿਰੋਧ ਕਰਨਾ ਹੀ ਨਹੀਂ ਚਾਹੀਦਾ ਜੀ। ਹੁਣ ਅਲਾਟਮੈਂਟ ਜਿਹੜੀ ਕਿ ਜ਼ਮੀਨ ਦੀ ਸਪੀਕਰ ਸਾਹਿਬ ਹੋ ਚੁੱਕੀ ਹੈ, ਇਸ ਅਲਾਟਮੈਂਟ ਨੂੰ ਇਨੋਗਰੇਟ ਵੀ ਜਿਹੜਾ ਕੀ ਹੈ ਕਰਨ ਦੇ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣ ਵਾਲੇ ਨੇ। ਉਸ ਪੂਰੇ ਸਮਾਗਮ ਨੂੰ ਕਿਵੇਂ ਵੇਖਦੇ ਹੋ? ਕਿਵੇਂ ਪੂਰਾ ਆਰਗੇਨਾਈਜ਼ ਕੀਤਾ ਜਾਊਗਾ? ਕੀ ਕੁਝ ਤਿਆਰੀਆਂ ਖਾਸ ਤੌਰ ਤੇ ਹਰਿਆਣਾ ਸਰਕਾਰ ਵੱਲੋਂ ਇਸ ਚੀਜ਼ ਦੇ ਲਈ ਕੀਤੀ ਜਾ ਰਹੀਆਂ? ਦੇਖੋ ਗੁਲਾਟੀ ਜੀ, ਮੈਂ ਤੁਹਾਨੂੰ ਦੱਸਾਂ, ਮੈਂ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਗ੍ਰਹਿ ਮੰਤਰੀ ਸਾਹਿਬ ਇਹਦਾ ਉਦਘਾਟਨ ਕਰਨ ਵਾਸਤੇ ਆਉਣਗੇ, ਇਹ ਕੋਈ ਕਨਫਰਮੇਸ਼ਨ ਨਿਊਜ਼ ਨਹੀਂ ਹੈ, ਕਨਫਰਮ ਨਿਊਜ਼ ਨਹੀਂ ਹੈ। ਹਾਂ, ਮੈਂ ਅੱਜ ਇੱਕ ਅਖਬਾਰ 'ਚ ਪੜ੍ਹਿਆ ਕਿ ਵੀ ਇਸ ਤਰ੍ਹਾਂ ਕਰਕੇ 30 ਤਾਰੀਖ ਨੂੰ ਐਕਚੁਅਲੀ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਜੀ ਆ ਰਹੇ ਹੈ। ਹੁਣ ਉਹ ਅਖਬਾਰ ਦੇ ਕੋਲ ਕੀ ਸੋਰਸ ਹੈ ਇਹ ਮੈਨੂੰ ਨਹੀਂ ਪਤਾ, ਲੇਕਿਨ ਹਾਲੇ ਤੱਕ ਇਹੋ ਜੀ ਮੇਰੀ ਜਾਣਕਾਰੀ ਤੋਂ ਬਾਹਰ ਹੈ। ਠੀਕ ਹੈ। ਤੇ ਇਸ ਤੋਂ ਇਲਾਵਾ ਖਰਚਾ ਕਿੰਨਾ ਕੁ ਹੋਏਗਾ? ਕਿਉਂਕਿ ਸਰ ਇੱਕ ਹੋਰ ਚੀਜ਼ ਆਪਾਂ ਵੇਖਦੇ ਹਾਂ, ਕਰੋਨਾ ਕਾਲ ਤੋਂ ਬਾਅਦ ਨਾ ਪੂਰੀ ਦੁਨੀਆ ਦੇ ਵਿੱਚ ਇੱਕ ਇਕਨੋਮਿਕ ਕ੍ਰਾਈਸਿਸ ਆਇਆ। ਇਸ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਇੰਨੀ ਵੱਡੀ ਇਨਵੈਸਟਮੈਂਟ, ਇੰਨਾ ਵੱਡਾ ਖਰਚਾ, ਕਿਉਂਕਿ ਦੇਖੋ ਕੇਂਦਰ ਵੱਲੋਂ ਵੀ ਇੱਕ ਪ੍ਰੋਜੈਕਟ ਲਿਆਇਆ ਗਿਆ, ਉਸ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਈ ਜਾਊਗੀ, ਉਸ ਦੇ ਲਈ ਇਹ ਬਜਟ ਕਿੱਥੋਂ ਲੈ ਕੇ ਆਏ? ਦੇਖੋ, ਸਾਡੇ ਹਰਿਆਣਾ ਦੇ ਵਿੱਚ ਬਜਟ ਦੀ ਕੋਈ ਕਮੀ ਨਹੀਂ ਹੈ। ਹਰਿਆਣਾ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ। ਤੁਸੀਂ ਇੱਕ ਗੱਲ ਮੰਨੋਗੇ ਕਿ ਪੰਜਾਬ ਸਾਡਾ ਵੱਡਾ ਭਰਾ ਹੈਗਾ। ਅੱਜ ਪੰਜਾਬ ਦੇ ਵਿੱਚ GST ਦੀ ਕਲੈਕਸ਼ਨ ਸਾਡੇ ਨਾਲੋਂ ਇੱਕ ਚੌਥਾਈ ਹੈਗੀ ਹੈ। ਉਹਨਾਂ ਦੀ GST ਦੀ ਕਲੈਕਸ਼ਨ 1400 ਕਰੋੜ ਹੈ, ਸਾਡੀ 5500 ਕਰੋੜ ਹੈ। ਅਸੀਂ ਲੋਕਾਂ ਕੋਲੋਂ ਟੈਕਸ ਲੈਂਦੇ ਹਾਂ, ਲੋਕਾਂ ਕੋਲੋਂ ਪੈਸਾ ਲੈਂਦੇ ਹਾਂ। ਅਸੀਂ ਸਟੇਟ ਦੇ ਵਿੱਚ ਇੱਕ ਅੱਛੀ ਸਰਕਾਰ ਦਿੱਤੀ ਹੈ, ਇੱਕ ਇਮਾਨਦਾਰ ਸਰਕਾਰ ਦਿੱਤੀ ਹੈ, ਲੋਕਾਂ ਨੂੰ ਇੱਕ ਕੰਮ ਕਰਨ ਦਾ ਮੌਕਾ ਦਿੱਤਾ ਹੈ। ਅੱਜ ਇੱਥੇ ਇੰਡਸਟਰੀ ਫਲ ਫੁੱਲ ਰਹੀ ਹੈਗੀ ਹੈ। ਤੇ ਅੱਜ ਜਦੋਂ ਪ੍ਰਦੇਸ਼ ਅੱਗੇ ਵਧ ਰਿਹਾ ਤਾਂ ਪੈਸੇ ਦੀ ਕੋਈ ਦਿੱਕਤ ਨਹੀਂ।
ਨਵਾਂ ਤੇ ਅਨੋਖਾ ਕੀ ਕੁਝ ਮਿਲੂਗਾ, ਕਿਉਂਕਿ ਦੇਖੋ ਵੱਖਰੀ ਵਿਧਾਨ ਸਭਾ ਬਣ ਰਹੀ ਹੈ ਤਾਂ ਜ਼ਰੂਰੀ ਹੈ ਕਿ ਕੁਝ ਅਲੱਗ ਵੀ ਵੇਖਣ ਨੂੰ ਮਿਲੇਗਾ ਲੋਕਾਂ ਨੂੰ। ਜਿਹੜੇ ਵਿਧਾਨ ਸਭਾ ਮੈਂਬਰਸ ਹੈ ਉਹਨਾਂ ਦੇ ਲਈ ਵੀ ਕੁਝ ਅਲੱਗ ਜਿਹੜਾ ਕੀ ਹੈ ਇਸ ਵਿਧਾਨ ਸਭਾ ਦੇ ਵਿੱਚ ਹੋਏਗਾ। ਕੀ ਕੁਝ ਹੋ ਸਕਦਾ? ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਅੱਜ ਅਸੀਂ ਜਿਹੜੀ ਵਿਧਾਨ ਸਭਾ ਬਣਾਵਾਂਗੇ ਉਹ ਵਿਧਾਨ ਸਭਾ ਅੱਗੇ ਦੇ 50 ਸਾਲਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਉਹੋ ਜਿਹੀ ਵਿਧਾਨ ਸਭਾ ਬਣਾਵਾਂਗੇ। 50 ਸਾਲ ਦੇ ਵਿੱਚ ਕੀ ਪਰਿਵਰਤਨ ਹੋ ਸਕਦਾ ਹੈ, ਕਿੰਨੀ ਸੰਖਿਆ ਅੱਗੇ ਮੈਂਬਰਾਂ ਦੀ ਵੱਧ ਸਕਦੀ ਹੈ, ਜਾਂ ਅੱਜ ਜੋ ਸਾਨੂੰ ਡਿਫਿਕਲਟੀਜ਼ ਇਸ ਵਿਧਾਨ ਸਭਾ 'ਚ ਆ ਰਹੀਆਂ ਨੇ, ਚਾਹੇ ਉਹ ਸਾਡੇ ਮੀਡੀਆ ਦੇ ਬਾਰੇ 'ਚ, ਚਾਹੇ ਉਹ ਸਾਡੀ ਕਮੇਟੀਆਂ ਦੇ ਬਾਰੇ 'ਚ, ਕਮੇਟੀਆਂ ਦੇ ਬੈਠਣ ਵਾਸਤੇ ਮੀਟਿੰਗ ਕਰਨ ਵਾਸਤੇ ਜਗ੍ਹਾ ਨਹੀਂ ਹੈ, ਉਹਨਾਂ ਦੇ ਸਟਾਫ ਵਾਸਤੇ ਜਗ੍ਹਾ ਨਹੀਂ ਹੈ। ਈਵਨ ਸਾਡਾ ਜਿਹੜਾ ਸਟਾਫ ਹੈ ਅਸੀਂ ਛੋਟੀ ਛੋਟੀ ਕੈਬਿਨਾਂ ਬਣਾ ਕਰਕੇ ਨਾ ਪਾਰਟੀਸ਼ਨ ਕਰਕੇ ਉਹਦੇ 'ਚ ਬਿਠਾਇਆ ਹੋਇਆ। ਇਹ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਦੇਖੋ ਤੁਸੀਂ ਦਿੱਲੀ ਦੇ ਵਿੱਚ ਨਵੀਂ ਪਾਰਲੀਮੈਂਟ ਬਣ ਰਹੀ ਹੈ ਔਰ ਜਿਹਦੇ 'ਚ 850 ਲੋਕ ਸਭਾ ਮੈਂਬਰ ਬਣਾਉਣ ਦੀ ਕਪੈਸਿਟੀ ਹੈਗੀ ਹੈ ਔਰ ਸੈਂਟਰਲ ਵਿਸਟਾ ਜਿਹੜਾ ਬਣ ਰਿਹਾ ਹੈਗਾ। ਤੇ ਅੱਜ ਦੀ ਵੱਧਦੀ ਹੋਈ ਟੈਕਨੀਕ ਨੂੰ ਦੇਖਦੇ ਹੋਏ, ਅੱਜ ਜਿਸ ਤਰੀਕੇ ਨਾਲ ਡਿਜੀਟਲਾਈਜੇਸ਼ਨ ਕੰਪਿਊਟਰਾਈਜੇਸ਼ਨ ਹੋ ਰਹੀ ਹੈ, ਅੱਜ ਹੀ ਅਸੀਂ ਆਪਣੀ ਵਿਧਾਨ ਸਭਾ ਨੂੰ ਈ ਵਿਧਾਨ ਸਭਾ ਕਰਨ ਵਾਸਤੇ ਅੱਜ ਹੀ ਇੱਕ ਟ੍ਰੇਨਿੰਗ ਕੈਂਪ ਕੀਤਾ, 2 ਦਿਨ ਦਾ ਚੱਲ ਰਿਹਾ ਸਾਡਾ। ਔਰ ਅਸੀਂ ਨਵੀਂ ਟੈਕਨੀਕ ਦੇ ਨਾਲ ਫੁੱਲੀ ਕੰਪਿਊਟਰਾਈਜ਼ਡ ਅੱਛੇ ਢੰਗ ਨਾਲ ਵਿਧਾਨ ਸਭਾ ਨੂੰ ਬਣਾਵਾਂਗੇ। ਔਰ ਅਸੀਂ ਜਿੰਨੇ ਹੁਣ ਝਾਰਖੰਡ ਦੇ ਵਿੱਚ ਨਵੀਂ ਵਿਧਾਨ ਸਭਾ ਬਣੀ ਹੈ, ਤੇਲੰਗਾਨਾ ਦੇ ਵਿੱਚ ਨਵੀਂ, ਲਗਭਗ ਅੱਧੇ ਤੋਂ ਜ਼ਿਆਦਾ ਪ੍ਰਦੇਸ਼ ਹੈ ਜਿੱਥੇ ਨਵੀਂ ਪੁਰਾਣੀ ਹੁੰਦੇ ਹੋਏ ਵੀ ਫਿਰ ਉਹਨਾਂ ਨੇ ਨਵੀਂ ਬਣਾਈ, ਕਿਉਂਕਿ ਅੱਜ ਮੰਗ ਜਿਹੜੀ ਹੈਗੀ ਹੈ, ਅੱਜ ਜਿਹੜੀ ਜ਼ਰੂਰਤ ਹੈਗੀ ਹੈ ਉਹ ਬਹੁਤ ਜ਼ਿਆਦਾ ਹੋਰ ਤਰੀਕੇ ਦੀ ਹੈ ਜਿਹੜੀ ਪਹਿਲਾਂ ਨਹੀਂ ਸੀਗੀ। ਕੰਮ ਇਹਦਾ ਕਦ ਤੋਂ ਸ਼ੁਰੂ ਕਰ ਦਿੱਤਾ ਜਾਊਗਾ, ਕਿਉਂਕਿ ਦੇਖੋ ਇੱਕ ਅਲਾਟਮੈਂਟ ਜਿਹੜੀ ਕੀ ਆ ਉਹ ਕਦੋਂ ਐਗਜ਼ੈਕਟਲੀ ਹੋਏਗੀ ਤੇ ਉਸ ਤੋਂ ਬਾਅਦ ਕੰਮ ਕਦ ਤੱਕ ਸ਼ੁਰੂ ਜਿਹੜਾ ਕੀ ਕੀਤਾ ਜਾ ਸਕਦਾ? ਮੈਨੂੰ ਇਹ ਲੱਗਦਾ ਕਿ ਜਲਦੀ ਹੀ ਹਫ਼ਤੇ 10 ਦਿਨਾਂ ਦੇ ਵਿੱਚ ਇਹ ਜ਼ਮੀਨ ਦਾ ਸਾਨੂੰ ਕਬਜ਼ਾ ਮਿਲ ਜਾਏਗਾ। ਉਸ ਤੋਂ ਬਾਅਦ ਜਲਦੀ ਅਸੀਂ ਇਸ ਦੇ ਉੱਤੇ ਇੱਕ ਅੱਛਾ ਭਵਨ ਜਿਹਦੇ ਵਿੱਚ ਇਹ ਸਾਰੀ ਫੈਸਿਲਿਟੀਜ਼ ਹੋਣ, ਫੈਸਿਲਿਟੀਜ਼ ਨਹੀਂ ਹੈ ਜਿਹੜੀ ਸਾਡੀ ਜ਼ਰੂਰਤਾਂ ਹੈ ਉਹ ਪੂਰੀ ਕਰ ਸਕੇ। ਅੱਜ ਦੀ ਜਿਹੜੀ ਮੀਡੀਆ ਹੈਗਾ ਉਹਨੂੰ ਦੇਖਦੇ ਹੋਏ, ਅੱਜ ਦੀ ਸਾਡੀ ਜ਼ਰੂਰਤ ਦੇਖਦੇ ਹੋਏ, ਕਮੇਟੀਆਂ ਦੀ ਮਜਬੂਰੀ ਨੂੰ ਦੇਖਦੇ ਹੋਏ, ਕਮੇਟੀਆਂ ਦੀ ਵਰਕਿੰਗ ਨੂੰ ਦੇਖਦੇ ਹੋਏ, ਉਹ ਸਾਰੀ ਜ਼ਰੂਰਤਾਂ ਪੂਰੀ ਕਰਕੇ ਇੱਕ ਅੱਛੀ ਇਮਾਰਤ, ਇੱਕ ਅੱਛਾ ਭਵਨ ਜਿਹੜਾ ਹੈਗਾ ਉਹ ਵਿਧਾਨ ਸਭਾ ਦਾ ਅਸੀਂ ਬਣਾਵਾਂਗੇ। ਸਪੀਕਰ ਸਾਹਿਬ, ਇਹ ਤਾਂ ਗੱਲ ਹੋ ਗਈ ਤੁਹਾਡੀ ਨਵੀਂ ਵਿਧਾਨ ਸਭਾ ਨੂੰ ਲੈ ਕੇ, ਵਿਜ਼ਨ ਨੂੰ ਲੈ ਕੇ, ਲੇਕਿਨ ਜੇਕਰ ਪੰਜਾਬ ਦੀ ਤਮਾਮ ਸਿਆਸੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੁਣਾਵ ਨੇ। ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਲੋਕਾਂ ਨੂੰ ਭਰਮਾਉਣ ਦੇ ਲਈ ਇਹ ਵੱਖਰੀ ਵਿਧਾਨ ਸਭਾ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਗੱਲ ਇਹ ਹੈ, ਹਰਿਆਣੇ ਦੇ ਲੋਕ ਹਰ ਗੱਲ ਨੂੰ ਸਮਝਦੇ ਹੈ। ਹਰਿਆਣੇ ਦੀ ਜਨਤਾ ਇੰਨੀ ਮੂਰਖ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕੋਈ ਲਾਲਚ, ਉਹਨਾਂ ਨੂੰ ਇਸ ਦਾ ਕੀ ਫਾਇਦਾ ਹੋਏਗਾ, ਉਹਨਾਂ ਨੂੰ ਭਰਮਾਉਣ ਤਾਂ ਕੋਈ, ਅਸੀਂ ਉਹਨਾਂ ਨੂੰ ਫ੍ਰੀ ਬਿਜਲੀ ਤਾਂ ਨਹੀਂ ਦੇਣ ਲੱਗੇ ਜਿਵੇਂ ਪੰਜਾਬ ਵਾਲੇ ਫ੍ਰੀ ਬਿਜਲੀ ਵੰਡਦੇ ਫਿਰਦੇ ਹੈਗੇ। ਅਸੀਂ ਉਹਨਾਂ ਨੂੰ ਫ੍ਰੀ ਪਾਣੀ ਨਹੀਂ ਦੇਣ ਲੱਗੇ, ਅਸੀਂ ਤਾਂ ਉਲਟਾ ਜਿਹੜਾ ਉਹ ਟੈਕਸ ਦਾ ਪੈਸਾ ਦੇ ਰਹੇ ਹਾਂ, ਉਸ ਟੈਕਸ ਦੇ ਪੈਸੇ ਦੇ ਨਾਲ ਇੱਕ ਅੱਛਾ ਵਿਧਾਨ ਸਭਾ ਦਾ ਭਵਨ ਬਣੇ ਜਿਹਦੇ ਵਿੱਚ ਮੈਂ ਜਿਵੇਂ ਪਹਿਲੇ ਕਿਹਾ ਇੱਕ ਲੋਕਤੰਤਰ ਦੀ ਮਰਿਆਦਾ, ਲੋਕਤੰਤਰ ਦਾ ਮਾਨ ਸਨਮਾਨ ਪੂਰੀ ਤਰ੍ਹਾਂ ਹੋਵੇ। ਇਹੋ ਜਿਹਾ ਵਿਧਾਨ ਸਭਾ ਬਣਾ ਕਰਕੇ ਉਹਦੀ ਕਾਰਜਸ਼ੈਲੀ ਦੇ ਵਿੱਚ ਸੁਧਾਰ ਹੋਵੇ। ਸਾਡੇ ਜਿਹੜੇ ਵਿਧਾਇਕ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਟ੍ਰੇਨ ਕੀਤਾ ਜਾ ਸਕੇ। ਇਸ ਤਰੀਕੇ ਦੀ ਜਿਹੜੀ ਇੱਕ ਵਿਧਾਨ ਸਭਾ ਭਵਨ ਹੈ ਬਣਾਉਣ ਦੀ ਸਾਡੀ ਯੋਜਨਾ ਹੈ। ਔਰ ਇਸ ਵਿਧਾਨ ਸਭਾ ਭਵਨ ਬਣਨ ਦੇ ਨਾਲ ਅਸੀਂ ਕੋਈ ਜਨਤਾ ਨੂੰ ਕੋਈ ਬਹੁਤ ਜ਼ਿਆਦਾ ਉਹ ਜਿਹੜਾ ਜਿਵੇਂ ਹੈਗਾ ਨਾ ਚੂਰਮਾ ਨਹੀਂ ਵੰਡ ਰਹੇ। ਤੇ ਮਤਲਬ ਇਹ ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ ਹੈ ਪੰਜਾਬ ਸਰਕਾਰ ਦਾ ਦੇ ਰਹੇ ਹੋ, ਜਿਹੜੀ ਪੰਜਾਬ ਸਰਕਾਰ ਵੱਲੋਂ ਫ੍ਰੀ ਆਫਰ ਕੀਤੀ ਜਾਂਦੀ ਹੈ। ਮੈਂ ਕੀ ਕਹਿਣਾ, ਤੁਸੀਂ ਆਪ ਜਾਣਦੇ ਹੋ, ਤੁਸੀਂ ਖੁਦ ਜਾਣਦੇ ਹੋ ਉੱਥੇ ਕੀ ਹਾਲ ਹੈ। ਜੋ ਕਹਿ ਰਹੇ ਦੇਖੋ, ਗੱਲ ਸੁਣੋ, ਹੁਣ ਮੈਨੂੰ ਵੈਸੇ ਤਾਂ ਕਮੈਂਟ ਨਹੀਂ ਕਰਨਾ ਚਾਹੀਦਾ। ਪੰਜਾਬ ਸਰਕਾਰ ਦੇ ਉੱਤੇ 3 ਮਹੀਨੇ ਪਹਿਲਾਂ ਮੇਰਾ ਖਿਆਲ ਹੈ ਚੁਣਾਵ ਹੋਏ ਸੀਗੇ, 4 ਮਹੀਨੇ ਹੋ ਗਏ ਔਰ 4 ਮਹੀਨੇ 'ਚ ਹੀ ਲੋਕਾਂ ਦਾ ਚਾਅ ਉਤਰ ਗਿਆ। ਆ ਦੇਖਿਆ ਤੁਸੀਂ ਸੰਗਰੂਰ ਦਾ ਜਿਹੜਾ ਚੁਣਾਵ ਦਾ ਬਾਈ ਇਲੈਕਸ਼ਨ, ਜਿੱਥੋਂ ਜਿਹੜੀ ਮੁੱਖ ਮੰਤਰੀ ਦੀ ਸੀਟ ਸੀਗੀ ਉਹ ਸੀਟ ਹਾਰ ਜਾਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਆਪ ਵੱਲੋਂ, ਆਪ ਪਾਰਟੀ ਵੱਲੋਂ ਲੋਕਾਂ ਦਾ ਚਾਅ ਚੁੱਕ ਚੁੱਕਿਆ। ਔਰ ਜੋ ਇਹ
ਫ੍ਰੀ ਵੰਡਣ ਦੀ ਗੱਲ ਹੈ। ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕੋਈ ਮੁਫਤ ਨਹੀਂ ਹੈਗਾ, ਤੁਹਾਨੂੰ ਕੰਮ ਕਰਨਾ ਚਾਹੀਦਾ ਦੇਸ਼ ਨੂੰ ਅੱਗੇ ਵਧਾਉਣ ਵਾਸਤੇ। ਇਹ ਜਿਹੜੀ ਮੁਫਤ ਵੰਡਣ ਦੀ ਰਾਜਨੀਤੀ ਹੈਗੀ ਹੈ, ਇਹ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦੀ। ਹਰਿਆਣਾ ਤੇ ਪੰਜਾਬ ਸੂਬੇ ਦੀ ਗੱਲ ਜ਼ਰੂਰ ਕੀਤੀ ਗਈ। ਹੁਣ 2024 ਦੇ ਜਿਹੜੇ ਲੋਕ ਸਭਾ ਇਲੈਕਸ਼ਨਸ ਨੇ ਉਹਨਾਂ ਨੂੰ ਲੈ ਕੇ ਤੁਸੀਂ ਕਿਵੇਂ ਵੇਖਦੇ ਹੋ ਕਿ ਉਹਦੇ ਵਿੱਚ ਪਾਰਟੀ ਦਾ ਕੀ ਹੁਣ ਪਲਾਨ ਹੈ? ਕਿਉਂਕਿ ਤੁਸੀਂ 2024 ਦੀ ਗੱਲ ਕਰਦੇ, ਮੈਂ 2029 ਤੱਕ ਕੋਈ ਹੈ ਹੀ ਨਹੀਂ, ਸਾਹਮਣੇ ਕੋਈ ਨਹੀਂ ਹੈ। ਕੋਈ ਪਾਰਟੀ ਤਾਂ ਦੱਸੋ ਜਿਹੜੀ ਸਾਹਮਣੇ ਹੋਵੇ ਬੀਜੇਪੀ ਦੇ, ਕੋਈ ਬੰਦਾ ਦੱਸੋ, ਕੋਈ ਚਿਹਰਾ ਦੱਸੋ ਜਿਸ ਚਿਹਰੇ ਦੇ ਉੱਤੇ ਮਤਲਬ ਅੱਗੇ ਕੋਈ ਸੋਚ ਸਕਦਾ ਹੈ। ਅੱਜ ਨਰਿੰਦਰ ਮੋਦੀ ਜੀ ਨੂੰ ਜਿਸ ਤਰੀਕੇ ਦੇ ਨਾਲ ਪਿਛਲੇ 7 ਸਾਲਾਂ 8 ਸਾਲਾਂ ਦੇ ਵਿੱਚ ਦੇਸ਼ ਦਾ ਨਾਂ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ, ਜੋ ਉਹਨਾਂ ਨੇ ਡਿਸੀਜਨ ਲਿੱਤੇ ਹੈ, ਚਾਹੇ ਉਹ ਧਾਰਾ 370 ਖਤਮ ਕਰਨ ਵਾਲਾ ਸੀਗਾ, ਚਾਹੇ ਅੱਜ ਜੋ ਰਾਮ ਮੰਦਿਰ ਦੇ ਨਿਰਮਾਣ ਦਾ ਫੈਸਲਾ ਸੀਗਾ, ਜਾਂ ਜਿੰਨੇ ਵੀ ਹੋਰ ਫੈਸਲੇ ਕੀਤੇ ਕੋਵਿਡ ਦੇ ਵਿੱਚ ਜਿਸ ਤਰੀਕੇ ਦੀ ਉਹਨਾਂ ਨੇ ਕੰਮ ਕਰਕੇ ਦਿਖਾਇਆ, ਅੱਜ ਦੁਨੀਆ ਜਿਹੜੀ ਹੈ, ਅੱਜ ਕੇਵਲ ਭਾਰਤ ਵਰਸ਼ ਨਹੀਂ ਸਾਰੀ ਦੁਨੀਆ ਉਹਨਾਂ ਦੀ ਕਾਇਲ ਹੈ। ਅੱਜ ਜਿਹੜੇ ਸਾਡੇ ਭਾਰਤੀ ਵਿਦੇਸ਼ਾਂ 'ਚ ਰਹਿੰਦੇ ਆ, ਉਹ ਉੱਚਾ ਸਿਰ ਕਰਕੇ ਉੱਥੇ ਚੱਲਦੇ ਆ, ਮਾਨ ਉਹਨਾਂ ਦਾ ਮਾਨ ਸਨਮਾਨ ਵਧਿਆ। ਤੁਸੀਂ ਇੱਕ ਚੀਜ਼ ਦੇਖੋ, ਉਹ ਰਾਸ਼ਟਰਪਤੀ ਜਿਹੜਾ ਕਦੇ ਕਹਿੰਦਾ ਸੀਗਾ ਕਿ ਨਰਿੰਦਰ ਮੋਦੀ ਨੂੰ ਵੀਜ਼ਾ ਨਹੀਂ ਦੇਣਾ, ਨਰਿੰਦਰ ਮੋਦੀ ਨੂੰ ਅਮਰੀਕਾ ਦੇ ਵਿੱਚ ਆਉਣ ਵਾਲੇ ਵੀਜ਼ਾ ਨਹੀਂ ਮਿਲੇਗਾ, ਉਸ ਦੇਸ਼ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਰਿੰਦਰ ਮੋਦੀ ਜੀ ਨੂੰ ਲੈਣ ਵਾਸਤੇ ਹਵਾਈ ਅੱਡੇ 'ਤੇ ਪਹੁੰਚਦਾ ਹੈ। ਇਸ ਤੋਂ ਵੱਡਾ ਮਾਨ ਸਨਮਾਨ ਕੀ ਹੋਏਗਾ? ਇਹ ਮਾਨ ਸਨਮਾਨ ਮੋਦੀ ਜੀ ਦਾ ਨਹੀਂ, ਇਹ ਦੇਸ਼ ਦੀ 135 ਕਰੋੜ ਜਨਤਾ ਦਾ ਮਾਨ ਸਨਮਾਨ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਵਿਜ਼ਨ ਹੈ ਹੁਣ ਭਾਜਪਾ ਦਾ? ਆਉਣ ਵਾਲੇ ਹੈ ਤਾਂ ਕੀ ਕੁਝ ਤਿਆਰੀ ਕੀਤੀ ਜਾ ਰਹੀ ਹੈ? ਨਹੀਂ, ਬਿਲਕੁਲ ਦੇਖੋ, ਗੱਲ ਇਹ ਹੈ ਵੀ ਸਾਡੀ ਪਾਰਟੀ ਸਿਰਫ ਚੁਣਾਵ ਨੂੰ ਸਾਹਮਣੇ ਰੱਖ ਕੇ ਕੰਮ ਨਹੀਂ ਕਰਦੀ। ਇਹ 7 ਦਿਨ 24 ਘੰਟੇ ਹਫਤੇ ਦੇ ਪਾਰਟੀ ਦੀ ਆਰਗੇਨਾਈਜੇਸ਼ਨ ਕੰਮ ਕਰਦੀ ਹੈ। ਤੁਸੀਂ ਹੁਣੇ ਦੇਖਿਆ ਕਿ ਹਾਲੇ ਤਾਂ ਕੋਈ ਚੁਣਾਵ ਨਹੀਂ ਹੈਗੇ, 3 ਦਿਨ ਦਾ ਟ੍ਰੇਨਿੰਗ ਕੈਂਪ ਫਰੀਦਾਬਾਦ 'ਚ ਸੀਗਾ। ਉੱਥੇ ਸਾਰੇ ਜਿੰਨੇ ਵੀ, ਚਾਹੇ ਉਹ MLA ਸੀ ਚਾਹੇ ਮੰਤਰੀ ਸੀ, ਸਾਰਿਆਂ ਨੂੰ ਪਾਰਟੀ ਦੀ ਵਿਚਾਰਧਾਰਾ, ਪਾਰਟੀ ਦੇ ਪ੍ਰੋਗਰਾਮ, ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਵਾਸਤੇ ਵਿਕਾਸ ਦੇ ਕੰਮ ਕੀਤੇ ਹੈ, ਔਰ ਸਾਡੇ ਮੁੱਖ ਮੰਤਰੀ ਜੀ ਨੇ ਜਿਸ ਤਰੀਕੇ ਨਾਲ ਹਰਿਆਣੇ ਨੂੰ ਅੱਗੇ ਵਧਾਉਣ ਵਾਸਤੇ ਕੰਮ ਕੀਤੇ, ਇਹ ਸਾਰੀ ਚੀਜ਼ਾਂ ਉਸ ਟ੍ਰੇਨਿੰਗ ਕੈਂਪ ਦੇ ਵਿੱਚ 3 ਦਿਨਾਂ ਦੇ ਟ੍ਰੇਨਿੰਗ ਕੈਂਪ ਦੇ ਵਿੱਚ ਵਰਕਰ ਨੂੰ ਦੱਸੀ ਜਾਂਦੀਆਂ। ਇਹ ਹੁਣ ਟ੍ਰੇਨਿੰਗ ਕੈਂਪ ਜਿਹੜਾ ਹੈ ਉੱਥੋਂ ਸ਼ੁਰੂ ਹੋਇਆ, ਹੁਣ ਡਿਸਟ੍ਰਿਕਟਸ ਦੇ ਵਿੱਚ ਹੋਣਗੇ, ਫਿਰ ਬਲਾਕ ਦੇ ਵਿੱਚ ਹੋਣਗੇ, ਨੀਚੇ ਤੱਕ। ਅੱਜ ਸਾਡਾ ਸੰਗਠਨ ਇੰਨਾ ਮਜ਼ਬੂਤ ਹੈ ਕਿ ਅੱਜ ਹਰਿਆਣਾ ਦੇ ਵਿੱਚ ਕੋਈ ਸਾਨੂੰ ਦਿੱਕਤ ਨਹੀਂ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ। ਤੇ ਆ ਸੀਗੇ ਸਾਡੇ ਨਾਲ ਹਰਿਆਣਾ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਗਿਆਨ ਚੰਦ ਗੁਪਤਾ ਜੀ, ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਆਪਣੀ ਵਿਧਾਨ ਸਭਾ ਦੀ ਅਲੱਗ ਜ਼ਮੀਨ ਮੰਗਣ ਦੀ ਗੱਲ ਹੈ, ਉਸ ਦੇ ਵਿੱਚ ਕੋਈ ਗਲਤ ਚੀਜ਼ ਨਹੀਂ ਹੈ, ਬਲਕਿ ਆਪਣਾ ਹੱਕ ਹੈ ਜਿਹੜਾ ਕਿ ਵੱਡੇ ਭਰਾ ਪੰਜਾਬ ਤੋਂ ਛੋਟਾ ਭਰਾ ਜਿਹੜਾ ਕੀ ਹੈ ਮੰਗ ਵੀ ਰਿਹਾ। ਤੇ ਕੇਂਦਰ ਸਰਕਾਰ ਤੋਂ ਇਹ ਦਰਖਾਸਤ ਵੀ ਕੀਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ਾਸਿਤ ਚੰਡੀਗੜ੍ਹ ਹੈ, ਤੇ ਨਾਲ ਦੇ ਨਾਲ ਜਿਹੜੀ ਹਰਿਆਣਾ ਦੀ ਨਵੀਂ ਵਿਧਾਨ ਸਭਾ ਹੋਵੇਗੀ ਉਹ ਫਿਊਚਰਿਸਟਿਕ ਹੋਏਗੀ। ਆਉਣ ਵਾਲੇ 50 ਸਾਲਾਂ ਦੇ ਵਿਜ਼ਨ ਨੂੰ ਲੈ ਕੇ ਇਹ ਵਿਧਾਨ ਸਭਾ ਜਿਹੜੀ ਕੀ ਹੈ ਬਣਾਈ ਜਾਊਗੀ। ਧੰਨਵਾਦ।